ਅਜੀਤ ਵੈਬ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਮਨਮੋਹਨ ਸਿੰਘ ਕਲੇਰ ਖਮਾਣੋ ਤੋਂ। ਅੱਜ ਦੇਸ਼ ਦਾ ਕਿਸਾਨ ਸੜਕਾਂ ਤੇ ਹੈ ਕਿਉਂਕਿ ਕੇਂਦਰ ਵਿਚਲੀ ਭਾਜਪਾ ਦੀ ਸਰਕਾਰ ਵੱਲੋਂ ਖੇਤੀ ਸੰਬੰਧੀ 3 ਆਰਡੀਨੈਂਸ ਅਤੇ ਇੱਕ ਬਿਜਲੀ 2020 ਸੋਧ ਸੰਬੰਧੀ ਬਿੱਲ ਲਿਆਂਦਾ ਜਾ ਰਿਹਾ ਹੈ। ਗਰਾਊਂਡ ਲੈਵਲ ਤੇ ਕੀ ਕਿਸਾਨਾਂ ਨੂੰ ਇਸ ਸੰਬੰਧੀ ਦਰਪੇਸ਼ ਸਮੱਸਿਆਵਾਂ ਮੁਸ਼ਕਲਾਂ ਕੀ ਆਉਣਗੀਆਂ, ਇਸ ਸੰਬੰਧੀ ਅਸੀਂ ਜਾਣਕਾਰੀ ਲੈਂਦੇ ਹਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕਸ਼ਮੀਰਾ ਸਿੰਘ ਜਟਾਣਾ ਜੀ ਤੋਂ। ਉਹ ਦੱਸਣਗੇ ਜੀ। ਕਸ਼ਮੀਰਾ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਟੀਵੀ। ਥੈਂਕ ਯੂ। ਤੇ ਸਰ, ਜਿਹੜੇ ਆਰਡੀਨੈਂਸ ਲਿਆਂਦੇ ਜਾ ਰਹੇ ਕੀ ਹੈ, ਇਹਨਾਂ ਨੂੰ ਵਿਸਥਾਰਪੂਰਵਕ ਕਿਸਾਨਾਂ ਨੂੰ ਪੂਰੇ ਠੇਠ ਪੰਜਾਬੀ ਟਾਈਪ 'ਚ ਦੱਸਿਆ ਜੀ। ਨੰਬਰ 1 ਇੱਕ ਮੁੱਲ ਇੱਕ ਦੇਸ਼। ਨੰਬਰ 2 ਜ਼ਰੂਰੀ ਵਸਤਾਂ। ਨੰਬਰ 3 ਕੰਡਕਟ ਖੇਤੀ। ਤੇ ਜਿਹੜਾ ਚੌਥਾ ਹੈਗਾ ਬਿੱਲ ਉਹ 2020 ਉਹ ਬਿਜਲੀ ਦੇ ਜੋ ਰਦਲ ਬਦਲ ਹੈ ਉਹਦੇ ਵਾਸਤੇ। ਇਹ 4 ਬਿੱਲ ਆਏ ਨੇ। ਮੈਂ ਗੱਲ ਕਰਦਾ ਪਹਿਲਾਂ ਇੱਕ ਮੁੱਲ ਇੱਕ ਦੇਸ਼ ਦੀ ਕਿ 1974 ਦੇ ਵਿੱਚ ਅਸੀਂ ਜੋਨ ਤੋੜੂ ਮੋਰਚਾ ਲਾਇਆ। ਉਸ ਮੋਰਚੇ ਦੇ ਵਿੱਚ ਵੱਡੀ ਪੱਧਰ ਤੇ ਕਿਸਾਨ 5 ਕਿਲੋ ਕਣਕ ਲੈ ਕੇ ਸ਼ੰਭੂ ਬਾਰਡਰ ਤੋਂ ਪਾਰ ਹੋਏ ਔਰ ਇੱਕ ਟਰੈਕਟਰ ਦੇ ਵਿੱਚ ਉਹ ਕਣਕ ਦੀਆਂ ਥੈਲੀਆਂ ਰੱਖ ਕੇ ਲੈ ਕੇ ਗਏ। ਪਰ ਲੇਕਿਨ ਉੱਥੇ ਹੋਇਆ ਕਿ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਔਰ ਉਹ ਸਾਡਾ ਟਰੈਕਟਰ ਟਰਾਲੀ ਵੀ ਜ਼ਬਤ ਹੋਇਆ। ਤੇ ਫਿਰ ਸਾਨੂੰ ਜ਼ਮਾਨਤ ਕਰਾਉਣ ਲਈ ਆਖਿਆ ਗਿਆ, ਪਰ ਲੇਕਿਨ ਅਸੀਂ ਕਿਸੇ ਨੇ ਜ਼ਮਾਨਤ ਨਹੀਂ ਕਰਾਈ। 40 ਦਿਨ ਬਾਅਦ ਕਿਸਾਨਾਂ ਨੂੰ ਛੱਡ ਦਿੱਤਾ ਗਿਆ। ਤੇ ਫਿਰ ਅਸੀਂ ਹਾਈ ਕੋਰਟ ਉਹ ਰਿਟ ਕੀਤੀ, ਹਾਈ ਕੋਰਟ ਕੇਸ ਪਾਇਆ। ਉਹਦੇ ਵਿੱਚ ਸਾਡਾ ਕੁਲਦੀਪ ਸਿੰਘ ਵਕੀਲ ਐਡਵੋਕੇਟ ਸਨ। ਤੇ 1976 ਦੇ ਵਿੱਚ ਉਸ ਕੇਸ ਦਾ ਫੈਸਲਾ ਹੋਇਆ। ਉੱਥੇ ਜੋਨ ਤੋੜੂ ਮੋਰਚੇ ਦਾ ਕਿਸਾਨਾਂ ਦੀ ਜਿੱਤ ਹੋਈ। ਉਹਨਾਂ ਨੇ ਕਿਹਾ ਕਿ ਕਿਸਾਨ ਦੀ ਜਿਣਸ ਹੈ ਇਹ ਕਿਤੇ ਵੀ ਵੇਚ ਸਕਦਾ ਹੈ, ਇਹਦੇ 'ਤੇ ਕੋਈ ਪਾਬੰਦੀ ਨਹੀਂ। ਇਹ ਅੱਜ ਨਵਾਂ ਨਹੀਂ ਬਣਿਆ, ਇਹਦਾ ਪਹਿਲਾਂ ਹੀ ਬਣਿਆ ਹੋਇਆ ਕਾਨੂੰਨ ਹੈ। ਇਸ ਤੋਂ ਬਾਅਦ ਫਿਰ ਜੋ ਇਹਦੇ ਵਿੱਚ ਸਰਕਾਰ ਨੇ ਜੋ ਕੁਝ ਘੁਸਪੈਠ ਕੀਤੀ ਹੈ, ਹੁਣ ਜੋ ਮੈਂ ਨਵੀਂ ਗੱਲ 'ਤੇ ਆਵਾਂ ਵੀ ਇਹਨਾਂ ਨੇ ਕਿਹਾ ਵੀ ਜਿਹੜਾ ਪਹਿਲਾ ਸਿਸਟਮ ਹੈ ਉਹਦੇ 'ਚ 8.5% 3% ਮਾਰਕੀਟ ਫੀਸ, 3% ਡਿਵੈਲਪਮੈਂਟ ਮੰਡੀ ਦੀ ਤੇ 2.5% ਆੜਤੀ ਐਸੋਸੀਏਸ਼ਨ ਦਾ, 8.5% ਜਿਹਦਾ 1 ਕਿੱਲੇ ਦਾ ਤਕਰੀਬਨ 3400 ਰੁਪਈਆ ਕਣਕ ਦਾ, 5100 ਰੁਪਈਆ ਧਾਨ ਦਾ, 8500 ਰੁਪਈਆ ਤਕਰੀਬਨ ਉਹਦਾ ਜਿਹੜਾ ਹੈਗਾ ਉਹ ਸਾਡੇ ਲੋਕਾਂ ਦੇ ਉੱਤੇ ਡਿਪੈਂਡ ਕਰਦਾ। ਪਰ ਦੂਜੇ ਪਾਸੇ 5700 ਕਰੋੜ ਰੁਪਈਆ ਮਾਰਕੀਟ ਦੇ ਵਿੱਚ ਘੁੰਮਿਆ। ਤੇ ਜਿਹੜਾ ਇਹ ਇੱਕ ਪ੍ਰਾਈਵੇਟ ਪਲੇਅਰ ਲਿਆਉਣਾ ਚਾਹੁੰਦੇ ਨੇ ਉਹਦਾ 1% ਤੇ ਉਹ ਖਰੀਦ ਕਰੇਗਾ। ਸਿੱਧਾ 7.5% ਤਾਂ ਉਹਨੂੰ ਉਹ ਬਚ ਗਿਆ। ਉਹਨੇ ਕੋਈ ਮਾਰਕੀਟ ਫੀਸ ਨਹੀਂ, ਕੋਈ ਡਿਵੈਲਪਮੈਂਟ ਨਹੀਂ, ਕੋਈ ਕੁਛ ਨਹੀਂ। ਤੇ ਉਹ ਸਾਰਾ ਕੁਛ ਗਾਇਬ ਹੋ ਗਿਆ। ਤੇ 5700 ਕਰੋੜ ਰੁਪਈਆ ਸਾਡਾ ਮਾਰਕੀਟ ਦੇ ਵਿੱਚ ਘੁੰਮਿਆ ਤੇ ਉਹਦੇ ਨਾਲ ਸਾਡੀ ਮਾਰਕੀਟ ਬਚ ਗਈ। ਤੇ ਇਸੇ ਕਰਕੇ ਇਹ ਸਾਰੇ ਕੁਝ ਲਈ ਇਹਨਾਂ ਨੇ ਜਿਹੜਾ ਰੱਖ ਦਿੱਤਾ ਵੀ ਮਤਲਬ ਪ੍ਰਾਈਵੇਟ ਪਲੇਅਰ ਲਿਆਉਣਾ ਹੈ, ਉਹ ਤੇ ਫਿਰ ਸਾਡਾ ਅਸੀਂ ਤਾਂ ਨਾਰਾਜ਼ ਹਾਂ। ਔਰ ਇੱਕ ਗੱਲ ਹੋਰ ਬੜੀ ਮਾੜੀ ਕੀਤੀ। ਉਹ ਕੀ ਹੋਇਆ? ਉਹ ਇਹ ਹੋਇਆ ਵੀ ਇਹਨਾਂ ਨੇ ਸਾਡਾ ਇੱਕ ਜਮਾਂਦਰੂ ਅਧਿਕਾਰ ਵੀ ਕਿਸਾਨ ਦੇ ਕੋਲੋਂ ਖੋਹ ਲਿਆ। ਉਹ ਕੀ ਸੀ? ਪਹਿਲਾਂ ਸਾਡੀ ਜੇ ਫਾਰਮ ਦੇ ਉੱਤੇ ਜੇ ਕੋਈ ਸਾਡਾ ਆੜਤੀ ਐਸੋਸੀਏਸ਼ਨ ਵਾਲਾ ਵੀਰ ਉਹਦੇ ਕਾਫੀ ਕੁਛ ਡਾਕੂਮੈਂਟ ਲੈ ਕੇ ਉਹਨੂੰ ਆੜਤੀ ਐਸੋਸੀਏਸ਼ਨ ਦਾ ਲਾਇਸੈਂਸ ਮਿਲਦਾ ਸੀਗਾ। ਤੇ ਉਹ ਫਿਰ ਜੇ ਸਾਡੇ ਉਹ ਕੋਈ ਨਹੀਂ ਸੀ ਪੈਸੇ ਦਿੰਦਾ, ਅਸੀਂ ਆਪਣੇ ਪੈਸੇ ਜੇ ਫਾਰਮ ਦੀ ਜਿਹੜੀ ਮਾਰਕੀਟ ਦੇ ਵਿੱਚ ਨਾਲ ਐਪਲੀਕੇਸ਼ਨ ਲਾ ਕੇ ਅਸੀਂ ਉੱਥੇ ਦਾਇਰ ਕਰ ਦਿੰਦੇ ਸੀ ਤੇ ਉਹ ਲਿਖ ਕੇ ਦੇ ਦਿੰਦੇ ਸੀ। ਉਹਦੇ ਆਧਾਰ 'ਤੇ ਜਿਹੜੀ ਪੁਲਿਸ ਆ ਉਹ ਪਰਚਾ ਦਰਜ ਕਰ ਦਿੰਦੀ ਸੀ। ਅਸੀਂ ਕੋਰਟ ਜਾ ਕੇ ਆਪਣਾ ਜਿਹੜਾ ਪੈਸਾ ਹੈ ਉਹ ਲੈ ਸਕਦੇ ਸੀਗੇ। ਪਰ ਇਹਨਾਂ ਨੇ ਹੁਣ ਇਸ ਕਾਨੂੰਨ ਦੇ ਵਿੱਚ ਇੱਕ ਮੰਦਭਾਗੀ ਗੱਲ ਜਿਹੜੀ ਕਰੀ ਹੈ ਉਹ ਇਹ ਕਰੀ ਹੈ ਵੀ ਉਹ ਸਾਡਾ ਜਿਹੜਾ ਅਦਾਲਤ ਦਾ ਕੋਰਟ ਦਾ ਅਧਿਕਾਰ ਤਾ ਉਹ ਖੋਹ ਕੇ ਇੱਕ ਕਮੇਟੀ ਜੀ ਬਣਾਤੀ ਹੈ ਜਿਸ 'ਚ SDM ਵੀ ਹੋਊਗਾ। ਪਰ ਉੱਥੇ ਜਿੱਥੇ ਇੱਕ ਵੱਡਾ ਖਰੀਦਦਾਰ ਜਿਹੜਾ ਇੱਕ ਸਿਰਫ ਆਧਾਰ ਕਾਰਡ 'ਤੇ ਨਰਗਾਮਣ ਕਣਕ ਖਰੀਦ ਸਕਦਾ, ਅਗਰ ਉਹ ਭੱਜ ਜਾਂਦਾ ਤਾਂ ਜੇ ਉੱਥੇ ਅਸੀਂ ਜਾ ਕੇ ਸਾਡਾ ਉਹ ਜਮਾਂਦਰੂ ਅਧਿਕਾਰ ਇਹਨਾਂ ਨੇ ਖੋਹ ਲਿਆ, ਕੋਰਟ 'ਚ ਨਹੀਂ ਜਾ ਸਕਾਂਗੇ। ਉਹ ਕਮੇਟੀ ਦੇ ਮੂਹਰੇ ਪੇਸ਼ ਹੋਵਾਂਗੇ। ਉੱਥੇ ਉਹ ਬਾਬੂ ਜੀ ਆਊਗਾ ਔਰ ਇੱਕ ਪਾਟੇ ਕੱਪੜਿਆਂ ਵਾਲਾ ਜੱਟ ਹੋਊਗਾ, ਉਹਦੀ ਕਿਸੇ ਨੇ ਸੁਣਨੀ ਨਹੀਂ। ਇਸ ਕਰਕੇ ਅਸੀਂ ਇਹਦੀ ਘੋਰ ਨਿੰਦਿਆ ਕਰਦੇ ਹਾਂ। ਮੈਂ ਅੱਗੇ ਇੱਕ ਗੱਲ ਇੱਥੇ ਹੋਰ ਵੀ ਕਹਿਣੀ ਚਾਹੁੰਦਾ
ਜਿਹੜਾ ਪ੍ਰਾਈਵੇਟ ਪਲੇਅਰ ਆਊਗਾ ਉਹ ਇਹ ਗੱਲ ਕਰੂਗਾ ਬਈ ਜਿਸ ਤਰ੍ਹਾਂ ਅੱਜ ਜੀਓ ਨੇ ਲੋਕਾਂ ਨੂੰ ਤੜਫਾਇਆ, ਪਹਿਲਾਂ ਥੋੜਾ ਰਾਹਤ ਦੇ ਕੇ ਮੁਕਤ ਕਰਕੇ, ਤੇ ਅੱਜ ਸਾਰੇ ਉਹ ਚੈਨਲ ਪਹਿਲੇ ਫੇਲ ਆਈਡੀਆ ਵਗੈਰਾ ਫੇਲ ਕਰਕੇ ਅੱਜ ਲੋਕਾਂ ਨੂੰ ਧੜਾ ਧੜ ਲੁੱਟ ਰਿਹਾ। ਇਹ ਆਹੀ ਕੋਈ ਸਾਡੇ ਨਾਲ ਹੋਣਾ। ਔਰ ਮੈਂ ਦੂਜੀ ਗੱਲ ਤੇ ਆਵਾਂ, ਜਿਹੜਾ ਦੂਜਾ ਆਰਡੀਨੈਂਸ ਹੈ ਉਹ ਇਹ ਹੈਗਾ ਬਈ ਜ਼ਰੂਰੀ ਵਸਤਾਂ ਦੀ ਜੇ ਅਸੀਂ ਗੱਲ ਕਰੀਏ, ਇਹ ਸਾਡੇ ਜੱਟ ਦੇ ਗਲ ਦੇ ਵਿੱਚ ਫਾਹਾ ਪਾਇਆ ਹੈ ਵੀ ਜੋ ਜੱਟ ਪੈਦਾ ਕਰੂਗਾ ਉਹ ਜ਼ਰੂਰੀ ਵਸਤਾਂ ਹੋਊਗੀ। ਤੇ ਜੋ ਅਸੀਂ ਕਣਕ ਮੱਕੀ ਝੋਨਾ ਸਾਰਾ ਕੁਝ ਪੈਦਾ ਕਰਦੇ ਹਾਂ, ਸਬਜ਼ੀਆਂ ਪੈਦਾ ਕਰਦੇ ਹਾਂ, ਆਲੂ ਪੈਦਾ, ਉਹ ਸਾਰੇ ਜ਼ਰੂਰੀ ਵਸਤਾਂ 'ਚ ਆ ਗਏ। ਉਹਦੇ ਨਾਲ ਲੋਹਾ ਤੇ ਸਟੀਲ ਔਰ ਸੀਮੈਂਟ ਵੀ ਜ਼ਰੂਰੀ ਵਸਤਾਂ ਦੇ ਵਿੱਚ ਆ ਗਿਆ। ਇੱਥੇ ਇਹਨਾਂ ਨੇ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ। ਉਹ ਕੀ ਕੀਤੀ ਹੈ ਵੀ ਜਿਹੜੀ ਸਟਾਕ ਲਿਮਿਟ ਹੈ ਉਹ ਤੋੜ ਦਿੱਤੀ। ਜੇ ਇਹਦੇ ਸਟਾਕ ਲਿਮਿਟ ਟੁੱਟ ਜਾਂਦੀ ਹੈ ਤਾਂ ਉਹਨੂੰ ਅਧਿਕਾਰ ਦੇ ਦਿੱਤਾ ਵਪਾਰੀ ਨੂੰ ਕਿ ਉਹ ਪੂਰਾ ਸਟਾਕ ਕਰ ਲਵੇ। ਔਰ ਫਿਰ ਕੀ ਹੋਊਗਾ, ਉਹ ਸਟਾਕ ਕਰ ਲੂਗਾ ਪੂਰੇ ਹਿਮਾਚਲ ਦਾ ਸੇਬ ਹੈ, ਇੱਕ ਵਪਾਰੀ ਖਰੀਦ ਲੂਗਾ। ਇੱਕ ਵਪਾਰੀ ਨੇ ਖਰੀਦ ਲਿਆ ਔਰ ਫਿਰ ਸਪਲਾਈ ਜਮ੍ਹਾਂ ਡਿਮਾਂਡ ਬਰਾਬਰ ਸਪਲਾਈ। ਉਹਨੇ ਫਿਰ ਕੀ ਕਰਨਾ ਹੈ, ਉਹਨੇ ਇਹ ਕਰਨਾ ਹੈ ਬਈ ਆਪਣੀ ਪਹਿਲਾਂ ਖਰੀਦ ਕਰ ਲਈ। ਜਿਸ ਤਰ੍ਹਾਂ ਅੱਜ ਆਲੂ ਦੀ ਜੱਟ ਤੋਂ 400 ਨੂੰ ਲੈ ਕੇ ਅੱਜ 2000 ਨੂੰ ਥੈਲਾ ਚੱਲ ਰਿਹਾ ਹੈ, ਤੇ ਉਸੇ ਤਰ੍ਹਾਂ ਉਹਨੇ ਉਹ ਸਾਰਾ ਕੁਝ ਕਰਕੇ ਆਪਣੀ ਖਰੀਦ ਕਰਕੇ ਸਟੋਰ ਭਰ ਕੇ, ਕਿਉਂ ਉਹਦੇ ਉੱਤੇ ਜਿਹੜਾ ਮਤਲਬ ਆਪਣਾ ਉਹਨੇ ਜਮ੍ਹਾਂ ਕਰਨਾ ਸੀ, ਸਟਾਕ ਜਮ੍ਹਾਂ ਕਰਨਾ ਸੀ, ਉਹਦੇ ਤੇ ਕੋਈ ਅੱਜ ਲਿਮਟ ਇਹਨਾਂ ਨੇ ਚੱਕ ਦਿੱਤੀ ਹੈ। ਕੋਈ ਲਿਮਟ ਨਹੀਂ ਕਿ ਇੰਨੀ ਅੱਗੇ ਸਟਾਕ ਕਰੂਗਾ। ਤੇ ਫਿਰ ਉਹਦੇ ਬਾਅਦ ਇਹ ਹੋਣਾ ਕਾਲਾ ਬਾਜ਼ਾਰੀ ਹੋ ਜਾਣੀ ਹੈ, ਸਪਲਾਈ ਰੁਕ ਜਾਣੀ, ਉਹਨੇ ਸਪਲਾਈ ਘੱਟ ਕਰ ਦੇਣੀ ਹੈ, ਮਾਰਕੀਟ 'ਚ ਡਿਮਾਂਡ ਵੱਧ ਜਾਣੀ ਹੈ, ਉਹਨੇ ਉਹ 10 ਗੁਣਾ 20 ਗੁਣਾ 50 ਗੁਣਾ ਕਰਕੇ ਵੇਚਣਾ। ਉੱਥੇ ਸਾਡਾ ਸਾਰਿਆਂ ਦਾ ਗਲ ਘੁੱਟਿਆ ਜਾਣਾ, ਵਿੱਚੇ ਸਾਡਾ ਘੁੱਟਿਆ ਗਿਆ, ਵਿੱਚੇ ਖਪਤਕਾਰ ਦਾ ਘੁੱਟਿਆ ਗਿਆ। ਤੇ ਇਸ ਕਰਕੇ ਇੱਥੇ ਆਹ ਸਾਰਾ ਕੁਝ ਹੋਣਾ। ਔਰ ਦੂਜੀ ਗੱਲ ਜਿਹੜੀ ਅਸੀਂ ਇਸ ਨੂੰ ਪਿੱਟਦੇ ਆਏ ਹਾਂ ਅੱਜ ਤੱਕ, ਅਸੀਂ ਇਹ ਕਹਿੰਦੇ ਆਏ ਹਾਂ ਵੀ ਜੇ ਅਸੀਂ ਜ਼ਰੂਰੀ ਵਸਤਾਂ ਨੂੰ ਤਿਆਰ ਕਰਦੇ ਹਾਂ, ਅਸੀਂ ਜ਼ਰੂਰੀ ਵਸਤਾਂ ਪੈਦਾ ਕਰਦੇ ਹਾਂ, ਤਾਂ ਇਹਨਾਂ ਨੂੰ ਬਣਾਉਣ ਵਾਲੀ, ਇਹਨਾਂ ਨੂੰ ਪੈਦਾ ਕਰਨ ਵਾਲੀ ਜਿਵੇਂ ਮਸ਼ੀਨਰੀ ਹੈ, ਟਰੈਕਟਰ ਹੈ, ਸਾਰਾ ਕੁਝ ਹੈ, ਉਹ ਵੀ ਜ਼ਰੂਰੀ ਵਸਤਾਂ 'ਚ ਆ ਜਾਣਾ ਚਾਹੀਦਾ। ਪਰ ਲੇਕਿਨ ਉਹ ਅੱਜ ਤੱਕ ਜ਼ਰੂਰੀ ਵਸਤਾਂ 'ਚ ਨਹੀਂ ਆਇਆ। ਟਰੈਕਟਰ ਦੀਆਂ ਕੀਮਤਾਂ ਕਿਤੇ 76 ਦੇ ਵਿੱਚ ਆਪਣੇ 21,000 ਕੀਮਤ ਸੀ, ਅੱਜ 10-10 ਲੱਖ ਰੁਪਈਆ ਕੀਮਤ ਹੈ। ਉਹਨੂੰ ਜ਼ਰੂਰੀ ਨਹੀਂ ਕੀਤਾ। ਅਸੀਂ ਕਹਿੰਦੇ ਸੀ ਜ਼ਰੂਰੀ ਵਸਤਾਂ ਨੂੰ ਪੈਦਾ ਕਰਨ ਲਈ ਜ਼ਰੂਰੀ ਉਹਨੂੰ ਜਿਹੜਾ ਪੈਦਾ ਕਰਦਾ ਉਹ ਚੀਜ਼ ਵੀ ਜ਼ਰੂਰੀ ਹੋਣੀ ਚਾਹੀਦੀ ਹੈ। ਮੈਂ ਤੁਹਾਡੀ ਗੱਲ ਵਿੱਚ ਕੱਟਦਾ ਤੇ ਇੱਕ ਮੈਨੂੰ ਦੱਸੋ ਜੀ ਕਸ਼ਮੀਰਾ ਸਿੰਘ ਜੀ, ਤੇ ਇਹਦੇ ਤੇ ਜੇ ਕਿਸਾਨਾਂ ਨੂੰ ਇਹਦਾ ਮਤਲਬ ਜਿਹੜੇ ਬਿੱਲ ਨੇ ਇਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਤਾਂ ਇਹ 'ਚ ਖੇਤ ਮਜ਼ਦੂਰਾਂ ਲਈ ਕੀ ਨੁਕਸਾਨਦੇਹ ਹੈ? ਉਹਦੇ ਲਈ ਵੀ ਮੈਂ ਆ ਰਿਹਾ, ਖੇਤ ਮਜ਼ਦੂਰਾਂ ਲਈ ਵੀ ਬਹੁਤ ਭਾਰੀ ਇਹਦੇ 'ਚ ਨੁਕਸਾਨ ਹੈ। ਜਿਸ ਤਰ੍ਹਾਂ ਹੁਣ ਜਾਂ ਡਿਮਾਂਡ ਹੈ ਉੱਪਰ ਘਟ ਗਈ ਤਾਂ ਉਹ ਖਪਤਕਾਰ ਵੀ ਨੇ ਬਰਾਬਰ, ਉਹਨਾਂ ਦੀ ਖਪਤ ਤੇ ਅਸਰ ਪੈਣਾ ਹੈ ਤੇ ਉਹਦਾ ਰੇਟ ਵੱਧ ਜਾਣੇ ਨੇ। ਅੱਜ ਆਲੂ 40 ਰੁਪਏ ਆ ਤੇ ਜੱਟ ਤੋਂ ਜਦ 5 ਰੁਪਏ ਲਿਆ ਤੇ ਉਹਨਾਂ ਤੇ ਵੀ ਬੜਾ ਭਾਰੀ ਅਸਰ ਪੈਣਾ। ਉਹਦਾ ਮੈਂ ਅੱਗੇ ਜਾ ਕੇ ਹੋਰ ਤੁਹਾਨੂੰ ਤੀਜੇ ਉਹਦੇ ਰਾਊਂਡ 'ਚ ਦੱਸ ਰਿਹਾ। ਤੇ ਜਿਹੜੀ ਅਗਲੀ ਇਹਦੇ ਵਿੱਚ ਹੈਗੀ ਹੈ, ਤੇ ਜਿਹੜੀ ਅਗਲੀ ਗੱਲ ਹੈ ਉਹ ਇਹ ਹੈ, ਅਸੀਂ ਕਹਿੰਦੇ ਤੇ ਵੀ ਇਹਨੂੰ ਪੈਦਾ ਕਰਨ ਲਈ ਵੀ ਜ਼ਰੂਰੀ ਵਸਤਾਂ, ਜਿਹੜੀ ਚੀਜ਼ ਪੈਦਾ ਹੁੰਦੀ ਕਾਇਦਾ ਕਰਨੀ ਹੈ, ਜੇ ਇਹ ਜ਼ਰੂਰੀ ਹੈ ਤਾਂ ਇਹਨੂੰ ਪੈਦਾ ਕਰਨ ਵਾਲਾ ਵੀ ਜ਼ਰੂਰੀ ਹੋਣਾ ਚਾਹੀਦਾ। ਔਰ ਇਸ ਤੋਂ ਅੱਗੇ ਜਾ ਕੇ ਜਿਵੇਂ ਇਹ ਜ਼ਰੂਰੀ ਵਸਤਾਂ ਤੋਂ ਬਣੀ ਹੋਈ ਚੀਜ਼ ਹੈ, ਉਹਦੇ ਵੀ ਕੁਛ ਨਾ ਕੁਛ ਨਿਗਾਹ ਰੱਖਣੀ ਚਾਹੀਦੀ ਹੈ, ਕਾਨੂੰਨ ਬਣਨਾ ਚਾਹੀਦਾ। ਜਿਸ ਤਰ੍ਹਾਂ ਬਿਸਕੁਟ ਨੇ, ਉਹ ਕਣਕ ਤੇ ਉੱਤੇ ਆਟੇ ਤੇ ਉੱਥੋਂ ਬਣੇ ਨੇ, ਮਿੱਠੇ ਤੋਂ, ਪਰ ਲੇਕਿਨ ਉੱਥੇ ਕੋਈ ਇਹਨਾਂ ਨੇ ਆਪਣਾ ਕਾਨੂੰਨ ਨਹੀਂ ਰੱਖਿਆ, ਕੋਈ ਉਹਨੂੰ ਜ਼ਰੂਰੀ ਵਸਤੂ ਨਹੀਂ ਮੰਨਿਆ। ਬਿਸਕੁਟ ਜਿਹੜੇ ਭਾਅ ਮਰਜ਼ੀ ਵਿਕਣ, ਡਬਲ ਰੋਟੀ ਜਿਹੜੇ ਭਾਅ ਮਰਜ਼ੀ ਵਿਕੇ, ਉੱਥੇ ਕੋਈ ਇਹਨਾਂ ਨੇ ਉਹਦੇ 'ਤੇ ਕੰਟਰੋਲ ਨਹੀਂ ਕੀਤਾ। ਤੇ ਮੈਂ ਤੀਜੀ ਗੱਲ ਇਹਨਾਂ ਨਾਲ ਜਿਹੜੀ ਹੁਣ ਇਹ ਮੈਂ ਚਾਹੁੰਦਾ ਵੀ ਕੰਡਕਟ ਖੇਤੀ ਦੀ ਗੱਲ ਕਰਦੇ ਨੇ, ਇਹ ਜਿਹੜੀ ਕੰਡਕਟ ਖੇਤੀ ਦੀ ਗੱਲ ਕਰ ਰਹੇ ਨੇ, ਕੰਡਕਟ ਖੇਤੀ ਦੇ ਵਿੱਚ ਇਹਨਾਂ ਨੇ ਸਾਨੂੰ ਪਤਾ ਹੈ ਵੀ ਜੱਟ ਤੋਂ ਜ਼ਮੀਨ ਲੈ ਕੇ ਇਹਨਾਂ ਨੇ 10 ਸਾਲੀ 20 ਸਾਲੀ 99 ਸਾਲੀ ਲੀਜ਼ ਤੇ ਕਰਕੇ ਲੈਣੀ ਹੈ। ਹਾਂਜੀ, ਜਿਹੜਾ ਇਹ ਬਿੱਲ ਲਿਆਂਦੇ ਗਏ ਨੇ, ਇਹਨਾਂ 'ਚ ਖੇਤੀ ਕੰਟਰੈਕਟ ਦਾ ਇਹਨਾਂ ਤੇ ਕਿਸਾਨਾਂ ਤੇ ਕੀ ਅਸਰ ਪਏਗਾ? ਇਹਦਾ ਅਸਰ ਇਹ ਹੋਏਗਾ ਕਿ ਇਹਨਾਂ ਨੇ ਵੱਡੇ 5-5 ਹਜ਼ਾਰ ਏਕੜ ਦੇ ਫਾਰਮ ਬਣਾਉਣੇ ਨੇ। ਕਿਸਾਨਾਂ ਨੂੰ ਬਗਲਾ ਕੇ ਇੱਕ ਵਾਰ 60,000 ਕਹਿ ਕੇ 10 ਸਾਲੀ 20 ਸਾਲੀ 99 ਸਾਲੀ ਜ਼ਮੀਨ ਲੀਜ਼ ਤੇ ਲੈਣਗੇ। ਪਹਿਲੀ ਗੱਲ ਤਾਂ ਇਹਨਾਂ ਨੂੰ ਇਹੀ ਬਹੁਤ ਵੱਡਾ ਫਾਇਦਾ ਹੋ ਜਾਏਗਾ ਕਿ ਸਾਡੀਆਂ ਇਹਨਾਂ ਨੇ ਪਈਆਂ ਵੱਟਾਂ ਸਭ ਕੋ ਵਾਹ ਦੇਣੀਆਂ ਨੇ।
ਔਰ ਉਹ ਜ਼ਮੀਨਾਂ ਦੀ ਵਿੱਚ ਰਲ ਜਾਣੀ ਹੈ। ਔਰ ਦੂਜੀ ਗੱਲ, ਇਹਨਾਂ ਨੇ ਆਲੇ ਦੁਆਲੇ ਤਾਰ ਲਾ ਕੇ ਉੱਥੇ ਸਾਡਾ ਇੱਕ ਗੇਟ ਰੱਖਿਆ ਹੋਇਆ ਹੋਊਗਾ, ਉੱਥੇ ਸਾਡਾ ਜਿਹੜਾ ਮਤਲਬ ਛੋਟਾ ਭਾਈਚਾਰਾ ਹੈ, ਔਰ ਅਸੀਂ ਉੱਥੇ ਜਾਇਆ ਕਰਾਂਗੇ, ਸਾਡਾ ਝੋਲਾ ਤੇ ਮੋਬਾਈਲ ਗੇਟ ਤੇ ਰਖਾ ਲਿਆ ਕਰਨਗੇ। ਉਹ ਤੋਂ ਅੱਗੇ ਜਾਣਗੇ ਤੇ ਅੱਗੇ ਜਾ ਕੇ ਜਿਸ ਤਰ੍ਹਾਂ ਸਾਡਾ ਐਸੀ ਭਾਈਚਾਰਾ ਸਾਡੇ ਖੇਤਾਂ 'ਚੋਂ ਕੱਖ ਲਿਆਉਂਦਾ ਹੈ, ਦੁੱਧ ਪਾਉਂਦਾ ਹੈ, ਆਪਣਾ ਰੁਜ਼ਗਾਰ ਬਣਾਉਂਦਾ, ਆਪਣੇ ਬੱਚੇ ਪਾਲਦਾ, ਉਹਨਾਂ ਨੂੰ ਕਿਸੇ ਨੇ ਕੱਖ ਨਹੀਂ ਅੰਦਰ ਲੈਣ ਜਾਣਾ, ਕਿਉਂਕਿ ਝੋਲਾ ਦੇਖ ਕੇ ਹੀ ਅੰਦਰ ਜਾਣ ਦੇਣਾ। ਔਰ ਜਿਸ ਤਰ੍ਹਾਂ ਫਿਰ ਉੱਥੇ ਸਬਜ਼ੀ ਲੱਗੀ ਹੋਈ ਹੈ, ਉਹ ਸਬਜ਼ੀ ਲੈ ਆਉਂਦੇ ਨੇ ਸਾਡੇ ਖੇਤਾਂ ਦੇ ਵਿੱਚੋਂ, ਉਹਨਾਂ ਨੇ ਕੋਈ ਸਬਜ਼ੀ ਨਹੀਂ ਤੋੜਨ ਦੇਣੀ, ਕੋਈ ਗੰਨਾ ਨਹੀਂ ਪੱਟਣ ਦੇਣਾ। ਸਾਡਾ ਜਿਹੜਾ ਛੋਟਾ ਆਪਣਾ ਐਸੀ ਭਾਈਚਾਰਾ ਹੈ, ਉਹਨਾਂ 'ਤੇ ਬਹੁਤ ਵੱਡਾ ਇਫੈਕਟ ਹੋਊਗਾ। ਔਰ ਦੂਜੀ ਗੱਲ, ਸਾਡੀਆਂ ਜਿਹੜੀਆਂ ਜ਼ਮੀਨਾਂ ਨੇ, ਇਹ ਜ਼ਮੀਨਾਂ 99 ਸਾਲ ਹੀ ਲੈ ਲਈਆਂ। ਕਾਨੂੰਨ ਆ ਸਰਕਾਰ ਦਾ ਵੀ ਜੇ 10 ਸਾਲ ਜ਼ਮੀਨ ਕੁਛ ਇੱਕ ਬੰਦਾ ਕਾਬਜ਼ ਹੋ ਜਾਂਦਾ, ਉਹ 'ਤੇ ਮੁੜ ਕੇ ਕੋਈ ਛਡਾ ਨਹੀਂ ਸਕਦਾ। ਸਾਡੀ ਜ਼ਮੀਨ ਨਹੀਂ ਛੁੱਟਣੀ, ਸਾਡੀ ਜ਼ਮੀਨ 'ਤੇ ਸਦਾ ਲਈ ਕਬਜ਼ਾ ਕਰਨਾ ਹੈ। ਇੱਕ ਖਾਦਸਾ ਹੋਰ ਵੀ ਹੈ ਕਿ ਇਹਨਾਂ ਨੇ ਜ਼ਮੀਨਾਂ ਦੇ ਵਿੱਚੋਂ ਨਾ, ਇਹ ਜ਼ਮੀਨਾਂ ਸਾਤੋਂ ਲੈ ਕੇ ਲੀਜ਼ 'ਤੇ ਇਹਨਾਂ ਨੇ ਬੈਂਕਾਂ ਤੋਂ ਕਰਜ਼ਾ ਲੈ ਲੈਣਾ, ਬੈਂਕਾਂ ਤੋਂ ਕਰਜ਼ਾ ਲੈ ਕੇ ਜ਼ਮੀਨ ਪਰ ਫਿਰ ਇਹਨਾਂ ਨੇ ਅਖੀਰ ਉਹ ਜ਼ਮੀਨਾਂ ਬੈਂਕ ਕੋਲ ਧਰ ਦੇਣੀਆਂ ਨੇ ਤੇ ਅਸੀਂ ਹੱਥ ਮਲਦੇ ਰਹਿ ਜਾਣਾ। ਇਹ ਸਾਨੂੰ ਬਹੁਤ ਵੱਡਾ ਖਦਸ਼ਾ ਹੈ। ਤੇ ਇਸ ਕਰਕੇ ਮੈਂ ਇੱਕ ਇੱਥੇ ਗੱਲ ਹੋਰ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਅਸੀਂ ਸਿਰਫ ਵੱਟ ਦੀ 4 ਉਂਗਲ ਜਗ੍ਹਾ ਹੁੰਦੀ ਹੈ। ਜਦੋਂ ਸਾਡਾ ਆਪਸੀ ਰੌਲਾ ਪੈਂਦਾ ਤਾਂ ਸਾਡੇ ਗੰਡਾਸੇ ਚੱਲ ਜਾਂਦੇ ਨੇ, ਗੋਲੀਆਂ ਚੱਲ ਜਾਂਦੀਆਂ ਨੇ। ਪੰਜਾਬ 'ਚ ਰਹਿੰਦਾ ਜੱਟ, ਹਰਿਆਣੇ 'ਚ ਰਹਿੰਦਾ ਜਾਟ। ਅਗਰ ਜੇ ਇਹਨਾਂ ਨੇ ਇੱਥੇ ਇਹ ਕਾਨੂੰਨ ਲਿਆਂਦਾ ਤਾਂ ਜੋ ਇੱਥੇ ਮਤਲਬ ਹਾਲਾਤ ਵਿਗੜਨਗੇ, ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ। ਜੱਟ ਨੂੰ ਜ਼ਮੀਨ ਬਹੁਤ ਪਿਆਰੀ ਹੈ, ਜ਼ਮੀਨ ਨਹੀਂ ਛੱਡਣੀ। ਮੈਂ ਹੁਣ ਅਗਲੀ ਗੱਲ ਕਰਾਂ ਬਿਜਲੀ ਬਿੱਲ ਦੀ। ਹਾਂਜੀ, ਖੇਤੀ ਸੰਬੰਧੀ ਜਿਹੜੇ ਸੋਧ ਲਈ ਬਿੱਲ ਆ ਰਿਹਾ 2020, ਇਹ ਕੀ ਬਿੱਲ ਹੈ, ਇਹਦਾ ਵੀ ਸੰਖੇਪ ਸ਼ਬਦਾਂ 'ਚ ਦੱਸੋ। ਹਾਂ, ਇਹਦਾ ਜਿਹੜਾ ਸੰਖੇਪ ਸ਼ਬਦਾਂ 'ਚ ਇਹ ਹੈ, ਸਰਕਾਰ ਦੀ ਸੋਚ ਹੈ ਵੀ ਅਸੀਂ ਨਾ ਬਿੱਲ ਲਾ ਦਈਏ। ਜਿਹੜਾ ਸੀਗਾ ਸਾਡਾ ਇਲੈਕਟ੍ਰੀਸ਼ੀਅਨ ਰੈਗੂਲੇਟਰੀ ਕਮਿਸ਼ਨ ਪੰਜਾਬ ਦਾ ਹੁੰਦਾ ਸੀਗਾ, ਉਹਨੂੰ ਇਹਨਾਂ ਨੇ ਬਦਲ ਕੇ ਆਪਣੇ ਹੱਥ ਦੇ ਵਿੱਚ ਜਿਹੜਾ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਹੈ, ਉਹ ਸੈਂਟਰ ਦਾ ਰੱਖ ਦਿੱਤਾ। ਉਹ ਦੇਖੇਗਾ ਕਿ ਕਿਸੇ ਨੂੰ ਬਿਜਲੀ ਕਿਹਨੂੰ ਮੁਫਤ ਦੇਣੀ ਹੈ, ਕਿਹਨੂੰ ਨਹੀਂ ਦੇਣੀ। ਉਹਨੇ ਕਿਸੇ ਨੂੰ ਬਿਜਲੀ ਮੁਫਤ ਨਹੀਂ ਦੇਣੀ, ਉਹਨੇ ਜੱਟ ਨੂੰ 400 ਰੁਪਈਆ ਪਰ ਪਾਵਰ ਲਾਉਣੀ ਹੈ, ਜਿਹੜਾ ਤਕਰੀਬਨ ਇੱਕ 20 ਦੀ ਮੋਟਰ ਦਾ 8000 ਰੁਪਈਆ ਹੋਏਗਾ, ਸਾਲ ਦਾ 96000 ਰੁਪਈਆ ਹੋਏਗਾ। ਔਰ ਇਹ ਭਰਨ ਤੇ ਜੱਟ ਅਸਮਰਥ ਹੋਣਗੇ। ਔਰ ਦੂਜੀ ਗੱਲ ਉਹ ਅਗਲੀ ਹੋਰ ਕਰ ਰਹੇ ਨੇ, ਉਹ ਕਹਿ ਰਹੇ ਨੇ ਬਈ ਅਸੀਂ ਤੁਹਾਨੂੰ ਇਹਦੇ ਸਬਸਿਡੀ ਦੇਵਾਂਗੇ। ਮੈਨੂੰ ਇੱਕ ਗੱਲ ਦੱਸੋ ਕਲੇਰ ਸਾਹਿਬ, ਬਈ ਜਿਹੜੀ ਸਬਸਿਡੀ ਦੀ ਗੱਲ ਕਰਦੇ ਨੇ, ਅੱਜ ਸਾਡੇ ਮੋਟਰਾਂ ਦਾ ਪਿਤਾ ਬਾਬਿਆਂ ਦੇ ਨਾਮ ਨੇ, ਸਬਸਿਡੀ ਕਦ ਆਏਗੀ? ਐਸੇ ਤਰ੍ਹਾਂ ਪਹਿਲਾਂ ਕਾਂਗਰਸ ਦੇ ਵੇਲੇ ਇੱਕ ਗੱਲ ਹੋਈ ਸੀ, ਸਾਨੂੰ ਵਾਪਸ ਪੈਸੇ ਕਰਨ ਲੱਗੇ ਸੀ, ਉਹ ਸਾਡੇ 10% ਪੈਸੇ ਨਹੀਂ ਆਏ, ਬਾਕੀ ਦੇ ਪੈਸੇ ਸਾਰੇ ਪਿੱਛੇ ਮੋਟਰਾਂ ਨਾ ਹੋਣ ਕਰਕੇ ਬਲੌਕ ਹੋ ਗਏ। ਇਹ ਸਬਸਿਡੀ ਨਾ ਸਾਨੂੰ ਮਿਲਣੀ ਆ, ਨਾ ਐਸੀ ਭਾਈਚਾਰੇ ਨੂੰ ਮਿਲਣੀ ਆ, ਨਾ ਐਸਟੀਆਂ ਨੂੰ ਮਿਲਣੀ ਆ, ਇਹ ਕਿਸੇ ਨੂੰ ਮਿਲਣੀ ਨਹੀਂ। ਇਹ ਸਰਕਾਰ ਬਗਲਾਣ ਕੇ ਜਿਹੜੀ ਬਿਜਲੀ ਦਾ ਹੈਗਾ ਉਹ ਸੈਂਟਰ ਸਰਕਾਰ ਆਪਣੇ ਹੱਥਾਂ 'ਚ ਲੈ ਰਹੀ ਹੈ। ਮੈਨੂੰ ਇੱਕ ਗੱਲ ਦੱਸੋ ਤੁਸੀਂ, ਇਹ ਕਦੇ ਵੀ ਜਿਹੜੀ ਅੱਜ ਸਿਲੰਡਰਾਂ ਦੀ ਸਬਸਿਡੀ ਹੈ ਉਹ ਕਿੰਨੇ ਬੰਦਿਆਂ ਨੂੰ ਮਿਲਦੀ ਹੈ? ਤੇ ਆਹੀ ਉਹ ਸਬਸਿਡੀ ਦਾ ਹਾਲ ਹੋਏਗਾ। ਤੇ ਇਸ ਕਰਕੇ ਇਹ ਵੀ ਅਸੀਂ ਇਹਦਾ ਵਿਰੋਧ ਕਰਦੇ ਹਾਂ। ਇਹ ਸਾਡੇ ਤੇ ਅਫੈਕਟ ਹੈ ਕਰੇਗਾ। ਤੇ ਇਹਨਾਂ ਕੁਝ ਕਹਿੰਦਾ ਹੋਇਆ ਹਿਮਾਂਦਾ ਜਾਚਕ, ਜੈ ਜਵਾਨ ਜੈ ਕਿਸਾਨ। ਇਹ ਸਨ ਕਸ਼ਮੀਰਾ ਸਿੰਘ ਜਟਾਣਾ, ਕਿਸਾਨ ਆਗੂ, ਮਨਮੋਹਨ ਸਿੰਘ ਕਲੇਰ, ਖਮਾਣੋਂ ਤੋਂ, ਅਜੀਤ ਵੈਬ ਟੀਵੀ।